ਹਾਏ 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 ਹਾਏ, ਵਾਹ ਸੁਭਾਨ ਅੱਲਾਹ। ਇਹ ਲਿਕਵਿਡ ਜਿਹਾ ਲੋਡ ਕੀਤੇ ਆਈ ਤੇ ਇਹ ਬੜਾ ਹੀ ਤੰਗ ਕੀਤਾ ਮੈਂ ਨਾ ਛਲੱਕੇ ਮਾਰਦਾ ਜਗਾ ਪਿੱਛੇ ਟਰਕਿੰਗ ਪਈ ਜਾਂਦੀ ਬਾਬੇ ਦੇ। ਇਸ ਤੋਂ ਆਦਨ ਬਈ ਨਵਾਂ ਬੰਦਾ ਜਿਹੜਾ ਨਾ ਉਹਨੇ ਇੱਕ ਵਾਰੀ ਭਾਈ ਦੇ ਸਟੂਡੈਂਟ अस्सलाम वालेकुम, सुबह खैर सुबह नूर। बाबे दे सुनाओ कि रंगा च उम्मीद है तरगड़े उसो दे बाबे दे पिछली वीडियो तो कुछ ना कुछ तुसा जरूर सीखिया होना ते एक नवा व्लॉग जड़ा ना ओह तुहाडी खिदमत दे विच पेश करदे आ। इस टाइम मैं खलोते आ फ्रांस और बेल्जियम दे बार्डर ते। साडे नाल जेड़े भाई आन ओह टुर गए वापस, उन्होंने अपनी गड्डी लभसी दी ते इंशाअल्लाह वो भी फिर साडे नाल इंजे कदम रोड उत्ते मिल संदे। ਤੇ ਚਾਹ ਰੱਖੀ ਹੈ ਮੈਂ ਇੱਥੇ ਨਮਾਜ਼ ਪੜ੍ਹੀ ਹੈ ਫਜਰ ਦੀ ਤੇ ਤਕਰੀਬਨ 3 ਵਜੇ ਮੈਂ ਉੱਠ ਕੇ ਉੱਥੋਂ ਆਪਣੀ ਸ਼ਿਫਟ ਸਟਾਰਟ ਕੀਤੀ ਹੈ ਤੇ ਲੋਡ ਹੈ ਮੇਰਾ ਜਰਮਨੀ ਦਾ। ਇਹ ਸੂਰਤ-ਹਾਲ ਹੈ ਤੇ ਅਗਲੀ ਸੂਰਤ-ਹਾਲ ਤੁਹਾਨੂੰ ਇਨਸ਼ਾਅੱਲਾ ਵਿਖਾਣੇ ਆ। ਲੋ ਜੀ ਜਰਮਨੀ ਵਾੜਾ ਆਇਆ ਕੋਲਨ ਇੰਡਸਟਰੀਅਲ ਏਰੀਆ ਜਰਮਨੀ ਦਾ, ਠੀਕ ਹੈ। ਤੁਹਾਡੇ ਜਨਿਆਂ ਦੇ ਢੇਰ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਮੈਂ ਦਿੰਨਾ। ਅਨਲੋਡਿੰਗ ਜਿਹੜੀ ਹੈ ਨਾ ਉਹ ਰਹਿ ਗਈ ਹੈ 11 ਕਿਲੋਮੀਟਰ ਤੇ ਸੌਰੀ ਅਨਲੋਡਿੰਗ ਰਹਿ ਗਈ 18 ਕਿਲੋਮੀਟਰ ਤੇ ਉਸ ਤੋਂ ਬਾਅਦ ਫਿਰ ਅਨਲੋਡ ਕਰਕੇ ਤੇ ਇੱਕਦਮ ਬਹਿ ਕੇ ਨਾ ਪੂਰੀ ਗੱਲਬਾਤ ਦੱਸਦਾ ਮੈਂ ਤੁਹਾਨੂੰ। ਹੁਣ ਐਜ਼ ਅ ਟਰੱਕ ਡਰਾਈਵਰ ਯੂਰਪ ਆਉਣਾ ਚਾਹੁੰਦੇ ਆ ਤੇ ਮੌਸਮ ਹੈ ਅੱਜ ਉਸ ਸਮੇਂ ਵੇ ਦਿਓ ਗੱਡੀ ਲਾ ਛੜੀ ਰੈਂਪ ਤੇ ਗੱਡੀ ਖਾਲੀ ਹੁੰਦੀ ਨਾ ਤੇ ਅਜੇ ਤੱਕ ਅਗਲਾ ਟਾਸਕ ਕੋਈ ਨਹੀਂ ਆਇਆ ਤੇ ਫਿਰ ਅਗਲਾ ਟਾਸਕ ਆਉਂਦਾ ਤੇ ਫਿਰ ਤੁਹਾਡੇ ਨਾਲ ਡਿਸਕਸ ਕਰਦਾ ਮੈਂ। ਇਹ ਲਿਕਵਿਡ ਜਿਹਾ ਲੋਡ ਕੀਤੇ ਆਈ ਤੇ ਇਹ ਬੜਾ ਹੀ ਤੰਗ ਕੀਤਾ ਮੈਂ ਨਾ ਛਲੱਕੇ ਮਾਰਦਾ ਜਗਾ ਪਿੱਛੇ। ਲੋ ਜੀ ਉੱਥੋਂ ਅਨਲੋਡ ਕਰਕੇ ਗੱਡੀ ਦੀ ਹੁਣ ਨਵੀਂ ਲੋਡਿੰਗ ਤੇ ਜਾ ਰਹੇ ਆ ਤੇ ਕਣਕਾਂ ਦੀ ਇੱਥੇ ਆਹ ਸੂਰਤ-ਹਾਲ ਹੈ। ਤੁਹਾਡੀਆਂ ਕਣਕਾਂ ਤੇ ਗਈਆਂ ਪੱਕ, ਇੱਥੇ ਕਣਕਾਂ ਦੀ ਆਹ ਸੂਰਤ-ਹਾਲ ਹੈ। ਐਵੇਂ ਦੇ ਉੱਪਰ ਜੱਟ ਸਪਰੇ ਵੀ ਪਿਆ ਮਰਦਾ ਹੈ। ਇਹ ਚੀਜ਼ ਟਰਕਿੰਗ ਪਈ ਜਾਂਦੀ ਬਾਬੇ ਦੇ। ਇਸ ਤੋਂ ਆਦਨ ਬਈ ਨਵਾਂ ਬੰਦਾ ਜਿਹੜਾ ਨਾ ਉਹਨੇ ਇੱਕ ਵਾਰੀ ਭਾਈ ਦੇ ਸਟੂਡੈਂਟ ਹੀ ਜ਼ਰੂਰੀ ਹੁਣ, ਠੀਕ ਹੈ। ਮੇਰਾ ਆਪਣਾ ਪਹਿਲਾ ਐਕਸਪੀਰੀਅੰਸ ਆਈ ਸਮਝ ਅੱਜ ਲੋਡ ਤੁਸੀਂ ਕਰਕੇ ਤੇ ਸਾਈਡਾਂ ਉੱਤੇ ਆ ਵੀ ਧਰਨੇ ਨਗਰ ਆਈ ਦੇ ਜੂਸ ਸ਼ੂਸ ਤੁਹਾਡੇ ਹੋਏ ਤੇ ਭਾਈ ਅਗਲਿਆਂ ਦਾ ਇਹ ਕ੍ਰਾਈਟੇਰੀਆ ਹੈ ਤੁਸੀਂ ਲਾਜ਼ਮੀ ਪੂਰਾ ਕਰਨਾ, ਠੀਕ ਹੈ ਨਾ। ਟਰੈਕਿੰਗ ਪਈ ਜਾਂਦੀ ਇੱਥੇ ਆਪੇ ਉਸ ਆਖਿਆ ਲੋਡਿੰਗ ਅਨਲੋਡਿੰਗ ਵੀ ਕਰਨੀ ਹੁੰਦੀ। ਇਹ ਬਲੂਨ ਜੇ ਨੇ ਇਹ ਕੰਪਨੀ ਦਿੰਦੀ, ਉੱਥੋਂ ਬਾਹਰ ਕੇ ਲਿਆ ਕੇ ਸਾਈਡਾਂ ਤੇ ਧਰਨੇ ਨੇ ਤੁਸੀਂ। ਦਿਸ ਇਜ਼ ਬੈਲਜੀਅਮ। ਕਿਤਨਾ ਫਰਕ ਹੈ ਬੈਲਜੀਅਮ ਦੇ ਰੋਡਾਂ ਵਿੱਚ ਜਰਮਨੀ ਦੇ ਰੋਡਾਂ ਵਿੱਚ। ਇਹ ਤੁਸੀਂ ਦੱਸਣਾ ਜਿਹੜਾ ਲੋਡ ਕੱਲ ਅਸਾਂ ਉੱਥੋਂ ਆਪ ਖੁਦ ਕੀਤਾ ਹੈ ਨਾ ਆਪਣੇ ਇਹਨਾਂ ਹੱਥਾਂ ਨਾਲ, ਉਹ ਜਨਾਬ ਖਾਲੀ ਕਰਨ ਅਸੀਂ ਆਏ ਹਾਂ ਤੇ ਇਹ ਸਾਡੀ ਡੈਸਟੀਨੇਸ਼ਨ ਹੈ 5 ਕਿਲੋਮੀਟਰ ਬਾਅਦ। ਤੇ ਉੱਥੇ ਚੱਲ ਕੇ ਪਹਿਲਾਂ ਤਾਂ ਕਰਸਾਂ ਨਾਸ਼ਤਾ ਕਰਕੇ, ਕਿਉਂਕਿ ਸਵੇਰ 4 ਵਜੇ ਦੀ ਗੱਡੀ ਕਿੜਕਾਈ ਹੈ ਤੇ ਫਿਰ ਅਸੀਂ ਕਰਾਂਦੇ ਗੱਡੀ ਖਾਲੀ। ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਡੇ ਜਿਹੜੇ ਸਵਾਲ ਨੇ ਨਾ ਉਹਨਾਂ ਦੇ ਜਵਾਬ। ਇੱਥੇ ਇਹ ਨੈਵੀਗੇਸ਼ਨ ਕਿਵੇਂ ਕੰਮ ਕਰਦੀ ਹੈ। ਵੇਟ ਕਰਨੇ ਆ ਜੀ ਅਨਲੋਡਿੰਗ ਵਾਸਤੇ। ਪੇਜਰ ਲਾਇਆ ਆਏ ਆ, ਪੇਜਰ ਮੈਂ ਵਹਾਨਾ ਜਾਨ ਕੁਝ ਬੰਦਿਆਂ ਨਹੀਂ ਪਤਾ ਹੋਣਾ ਤੇ ਜਿਹੜਾ ਟਰਕਿੰਗ ਕੀਤੀ ਉਹਨਾਂ ਨੂੰ ਪਤਾ ਹੋਣਾ। ਇਹ ਪੇਜਰ ਕੰਪਨੀ ਦਿੰਦੀ ਹੈ ਤੇ ਇਹ ਰੈਂਪ ਨੰਬਰ ਨਾ ਜਦੋਂ ਇਹ ਵਜਿਆ ਤੇ ਗੱਡੀ ਇੱਥੇ ਤੁਸੀਂ ਲਾ ਕੇ ਖੁਦ ਹੀ ਅਨਲੋਡ ਕਰਨੀ, ਜਿਵੇਂ ਕੱਲ ਅਸਾਂ ਅਨਲੋਡ ਕੀਤੀ ਹੈ। ਬਾਰਿਸ਼ ਹੋਣ ਲੱਗੀ ਹੈ ਤੇ ਮੈਂ ਗੱਡੀ ਅਨਲੋਡ ਕਰਨਾ ਵਾ। ਇਹ ਸੂਰਤ-ਹਾਲ ਹੈ। ਚੱਲ ਬਈ। ਅੱਛਾ ਜੀ, ਬਾਹਰ ਬਾਰਿਸ਼ ਲੱਗੀ ਹੈ ਤੇ ਰੋਡ ਤੇ ਤੁਸੀਂ ਵੇਖਦੇ ਹੀ ਰਹਿੰਦੇ ਹੋ। ਅੱਜ ਮੈਂ ਆਖਿਆ ਕਿ ਤੁਹਾਨੂੰ ਜਿਹੜਾ ਨਾ ਉਹ ਕੁਝ ਕੰਮ ਦੀਆਂ ਗੱਲਾਂ ਦੱਸਾਂ ਜਿਨ੍ਹਾਂ ਦੇ ਬਾਰੇ ਚ ਬੰਦੇ ਕਿਊਰੀਅਸ ਨੇ। ਜਿਹੜੇ ਬੰਦੇ ਉੱਥੇ ਨੇ ਉਹ ਇਸ ਚੀਜ਼ ਨੇ ਜਿਹੜਾ ਨਾ ਉਹ ਆਖਦੇ ਨੇ ਕਿ ਯਾਰ ਅਸਲ ਦੇ ਵਿੱਚ ਕੀ ਕਹਾਣੀ ਹੈ, ਕੀ ਕਿੱਸਾ ਇੱਥੋਂ ਦੀ ਡਰਾਈਵਿੰਗ ਦੇ ਰੂਲ ਰੈਗੂਲੇਸ਼ਨ, ਔਰ ਇੱਥੇ ਇੱਕ ਡਰਾਈਵਰ ਚਲਦਿਆਂ ਆ ਕਿਹੜੇ ਕਿਹੜੇ ਚੈਲੰਜ ਦਾ ਸਾਹਮਣਾ ਉਹਨੂੰ ਕਰਨਾ ਪੈਂਦਾ, ਜਾਂ ਹੋਰ ਢੇਰ ਸਾਰੀਆਂ ਚੀਜ਼ਾਂ ਛੋਟੀਆਂ ਛੋਟੀਆਂ ਜਿਹੜੀਆਂ ਮੇਰੇ ਨਜ਼ਦੀਕ ਤੇ ਬੜੀਆਂ ਮੈਂ ਨਹੀਂ ਰੱਖਦੀਆਂ। ਜਦੋਂ ਇੱਥੇ ਆ ਗਏ ਆ ਤਾਂ ਫਿਰ ਪਤਾ ਲੱਗਿਆ ਬਈ ਇਹ ਤੇ ਏਡੀ ਕੋਈ ਕਹਾਣੀ ਨਹੀਂ। भाई इरफान ने उन्हें जनाब 2 बारी गुजारिश की, मैं आख्या कि इहदे ते गलबात करदे हां।
ਟੈਬਲੇਟ ਕੰਪਨੀਆਂ ਦਿੰਦੀਆਂ ਮੋਸਟਲੀ ਜਿਤਨੀਆਂ ਵੀ ਕੰਪਨੀਆਂ ਉਹ ਇਹ ਟੈਬਲੇਟ ਤੇ ਹੀ ਕੰਮ ਚੱਲਦਾ ਹੈ। ਇਸ ਟੈਬਲੇਟ ਦੇ ਵਿੱਚ ਤੁਹਾਡੇ ਕੋਲ ਮੈਪ ਹੁੰਦਾ ਹੈ ਔਰ ਉਸ ਮੈਪ ਦੇ ਮਤਲਬ ਆਸਰੇ ਤੇ ਹੀ ਤੁਸੀਂ ਇੱਦੇ ਉੱਤੇ ਜਾਂਦੇ ਹੋ। ਤੁਸੀਂ ਆਪਣੀ ਮਰਜ਼ੀ ਨਾਲ ਇੱਥੇ ਕਦਾਈਆਂ ਵੀ ਨਹੀਂ ਹੋ ਜਾ ਸਕਦੇ। ਇਹ ਮੈਪ ਜਿਹੜਾ ਨਾ ਇਹ ਸੀ ਤੁਹਾਨੂੰ ਆਰਮਣੇ ਖੜਨਾ ਹੁੰਦਾ। ਅੱਛਾ ਹੁਣ ਮੈਂ ਤੁਹਾਨੂੰ ਦੱਸਣਾ ਕਿ ਇਸ ਮੈਪ ਨੂੰ ਫਾਲੋ ਕਰਦੇ ਹੋਇਆ ਤੁਸੀਂ ਕਿਵੇਂ ਜਿਹੜਾ ਨਾ ਉਹ ਅਗਲੀ ਕੰਪਨੀ ਤੱਕ ਅੱਪੜਦੇ ਹੋ, ਕੀ ਚੀਜ਼ਾਂ ਤੁਹਾਨੂੰ ਫਾਲੋ ਕਰਨੀਆਂ ਪੈਂਦੀਆਂ। ਰੋਡ ਤੇ ਅੱਗੇ ਚੱਲ ਕੇ ਤੇ ਬਾਅਦ ਚ ਕਦਾਂ ਤੁਹਾਨੂੰ ਵਿਖਾਸਾ, ਲੇਕਿਨ ਅੱਜ ਜਿਹੜੀ ਚੀਜ਼ ਮੈਂ ਤੁਹਾਨੂੰ ਵਿਖਾਣੀ ਹੈ ਕਿ ਟਾਸਕ ਜਿਹੜਾ ਹੁੰਦਾ ਪਿੱਛੇ ਜਿਹੜਾ ਬੰਦਾ ਬੈਠਿਆ ਜਿਹਨ ਡਿਸਪੈਚਰ ਆਦੇ ਹੋ ਤੁਸੀਂ, ਉਹ ਕਿਵੇਂ ਤੁਹਾਨੂੰ ਜਿਹੜਾ ਨਾ ਉਹ ਇੱਕ ਟਾਸਕ ਦਿੰਦਾ ਔਰ ਉਸ ਟਾਸਕ ਨੂੰ ਕਿਵੇਂ ਤੁਸੀਂ ਫਾਲੋ ਕਰਦੇ ਹੋ। ਸਾਰੀਆਂ ਚੀਜ਼ਾਂ ਈਵਨ ਮੈਂ ਆਖਣਾ ਕੋਆਰਡੀਨੇਟ ਜਿਹਦਾ ਸਾਨੂੰ ਕੋਣਾ ਹੀ ਪਤਾ ਹੁੰਦਾ, ਕਾਫੀ ਸਾਰਿਆਂ ਬੰਦਿਆਂ ਕਿ ਕੋਆਰਡੀਨੇਟ ਕੀ ਸ਼ੈ ਹੁੰਦੀ। ਚਲੋ ਕੋਆਰਡੀਨੇਟਰ ਜਿਹੜਾ ਨਾ ਉਹਦੇ ਬਾਰੇ ਵੀ ਤੁਹਾਨੂੰ ਦੱਸਣੇ ਆ। ਅੱਛਾ ਜੀ, ਇਹ ਤੁਸੀਂ ਵੇਖਦੇ ਹੋ ਇਹਦੇ ਵਿੱਚ ਸਾਡੀਆਂ ਕੰਮ ਦੀਆਂ ਸਿਰਫ ਦੋ ਹੀ ਚੀਜ਼ਾਂ ਹੁੰਦੀਆਂ, ਠੀਕ ਹੈ। ਇੱਕ ਤੇ ਇਹ ਸਾਈਜਿਕ ਮੈਪ ਹੈ, ਦੂਸਰਾ ਹੈ ਫਲੀਟ ਹੈਂਡ ਡਰਾਈਵਰ ਹੈ, ਠੀਕ ਹੈ। ਫਲੀਟ ਹੈਂਡ ਡਰਾਈਵਰ ਦੇ ਵਿੱਚ ਤੁਸੀਂ ਆਪਣੇ ਡਿਸਪੈਚਰ ਦੇ ਨਾਲ ਚੈਟ ਵਗੈਰਾ ਕਰ ਸਕਦੇ ਹੋ। ਤੇ ਇਹ ਆ ਗਏ ਟਾਸਕ। ਹੁਣ ਟਾਸਕ ਦੇ ਵਿੱਚ ਤੁਸੀਂ ਇਹ ਵੇਖਣਾ ਹੈ ਕਿ ਇਹ ਪੈਂਡਿੰਗ ਟਾਸਕ ਪੇਨ, ਠੀਕ ਹੈ। ਇਹ ਪੈਂਡਿੰਗ ਟਾਸਕ ਪੇਨ ਇੱਥੇ ਤੁਸੀਂ ਜਦੋਂ ਲੋਡਿੰਗ ਨੂੰ ਵੇਖਣਾ ਨਾ ਇੱਥੇ ਆਦਾ ਤੁਸੀਂ ਸਟਾਰਟ ਕਰਨਾ। ਸਟਾਰਟ ਕਰਕੇ ਤੁਸੀਂ ਨੈਵੀਗੇਟ ਕਰਨਾ ਨਾ ਤੇ ਇਸ ਤੁਹਾਨੂੰ ਸਿੰਪਲ ਆਪਣੇ ਮੈਪ ਉੱਤੇ ਲੈ ਕੇ ਜਾਣਾ। ਇਹ ਹੁਣ ਉਹ ਮੈਪ ਹੈ ਜਿਹੜਾ ਕੰਪਨੀ ਤੁਹਾਨੂੰ ਜਿਹੜਾ ਨਾ ਪ੍ਰੋਵਾਈਡ ਕਰਦੀ ਹੈ। ਤੁਸੀਂ ਆਪਣੇ ਕਿਸੇ ਰਸਤੇ ਤੇ ਨਾ ਜਾ ਸਕਦੇ, ਸਿਰਫ ਇਹਨੂੰ ਫਾਲੋ ਕਰਦੇ ਹੋਇਆ ਤੁਸੀਂ ਜਾਣਾ। ਉਹਦੇ ਵਿੱਚ ਉਸ ਮੁਖਤਲਿਫ ਮਕਾਮਾਤ ਤੇ ਜਿਹੜਾ ਨਾ ਵੇ ਪੁਆਇੰਟ ਲਾ ਜਾਂਦੇ ਨੇ। ਵੇ ਪੁਆਇੰਟ ਦਾ ਅੰਜ ਦਾ ਨਿਸ਼ਾਨ ਉਸੀ ਦਾ, ਠੀਕ ਹੈ। ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਨੂੰ ਫਾਲੋ ਕਰਕੇ ਨਾ ਹੋ ਜਾ ਸਕਦੇ। ਹਾਂ, ਅਗਰ ਇਹ ਤੁਹਾਡਾ ਕੰਮ ਨਹੀਂ ਕਰਦਾ ਤੁਸੀਂ ਆਪਣੇ ਮੋਬਾਈਲ ਤੇ ਵੀ ਤੇ ਗੱਡੀ ਦੇ ਵਿੱਚ ਵੀ ਮੈਪ ਹੁੰਦਾ ਸਕਰੀਨ ਤੇ ਉਹਨੂੰ ਵੀ ਲਾ ਸਕਦੇ ਹੋ, ਲੇਕਿਨ ਤੁਸੀਂ ਫਾਲੋ ਇਹ ਨਹੀਂ ਕਰਕੇ ਜਾਣਾ ਕਿਉਂਕਿ ਉਹ ਆਪਣੇ ਹਿਸਾਬ ਕਿਤਾਬ ਨਾਲ, ਕਿਉਂਕਿ ਫਿਊਲ ਵੀ ਨਾ ਬਚਾਉਣਾ ਹੁੰਦਾ, ਉਸ ਹਿਸਾਬੇ ਵਿੱਚ ਉਹ ਆ ਕੇ ਤੁਹਾਨੂੰ ਇਹ ਰੂਟ ਦਿੰਦੇ ਨੇ, ਠੀਕ ਹੈ। ਅੱਛਾ, ਇੱਥੇ ਅਸੀਂ ਵਾਪਸ ਐਗਜ਼ਿਟ ਟੁਰ ਜਾਂਦੇ ਹਾਂ। ਹੁਣ ਇਹਦੇ ਵਿੱਚ ਤੁਸੀਂ ਕੋਈ ਬੰਦਾ ਤੁਹਾਨੂੰ ਆਦਾ ਵੀ ਸਾਨੂੰ ਕੋਆਰਡੀਨੇਟਰ ਜਿਹੜਾ ਨਾ ਉਹ ਇਸ ਲੋਕੇਸ਼ਨ ਦਾ, ਉਹ ਬਾਈ ਜੀ ਸੈਂਡ ਕਰੋ। ਕੋਆਰਡੀਨੇਟਰ ਸਮਝੋ ਇੱਕ ਲੋਕੇਸ਼ਨ ਹੀ ਹੁੰਦੀ ਹੈ। ਇਹ 51 ਤੋਂ ਲਾ ਕੇ ਇਹ ਪੂਰਾ 20 ਤੱਕ ਤੇ 6 ਤੋਂ ਲਾ ਕੇ 50 ਇਹ ਪੂਰਾ ਇੱਕ ਕੋਆਰਡੀਨੇਟਰ ਹੈ। ਤੁਸੀਂ ਇਹ ਕੋਆਰਡੀਨੇਟਰ ਜਿਹੜਾ ਨਾ ਇਹ ਅਗਲੇ ਬੰਦੇ ਨੂੰ ਕਿਸੇ ਨਗਰ ਸੈਂਡ ਕਰਨਾ ਹੋਵੇ ਤੇ ਇਹ ਨੱਖ ਦੇਣ ਕੋਆਰਡੀਨੇਟਰ। ਇਹਦੇ ਵਿੱਚ ਹੁਣ ਥੱਲੇ ਉਹ ਆਦਾ ਕਿ ਇਹ ਸਾਡੇ ਰੂਟ ਨੇ ਜਿਨ੍ਹਾਂ ਨੇ ਅਸੀਂ ਫਾਲੋ ਕਰਕੇ ਜਾਣਾ। ਇਹ 46 ਤੇ 57 ਤੇ 40 ਤੇ ਇਹ 59 ਤੇ, ਠੀਕ ਹੈ। ਅੱਛਾ, ਫਿਰ ਇਹਦੇ 'ਚ ਕੋਈ ਮਿਸਟੇਕ ਵਾਲਾ ਕੋਈ ਖਾਤਾ ਨਹੀਂ ਸਰ। ਇਹ ਤੁਸੀਂ ਉੱਥੇ ਜਾ ਕੇ ਨਾ ਸਾਰਾ ਕੁਝ ਇੱਥੇ ਜਦੋਂ ਤੁਸੀਂ ਅੱਪੜ ਜਾਣਾ ਇੱਥੇ ਨੈਵੀਗੇਟ ਨਾ ਇੱਥੇ ਰਾਈਵ ਦਾ ਵੀ ਆਪਸ਼ਨ ਆ ਜਾਂਦਾ, ਉਹ ਸਾਰਾ ਕਰਾ ਕੇ ਤੁਸੀਂ ਓਕੇ ਕਰ ਦੇਣਾ। ਫਿਰ ਅਗਲਾ ਆਪਸ਼ਨ ਉਹ ਪਿਆ ਇਹ ਹੁਣ ਅਦਰ ਦਾ ਟਾਸਕ। ਇਹ ਹੁਣ ਮੇਨ ਪਤਾ ਹੈ, ਚਲੋ ਤੁਸੀਂ ਵੀ ਆ ਕੇ ਚੀਜ਼ਾਂ ਜਿਵੇਂ 600 ਦੇ ਤੁਹਾਨੂੰ ਪਤਾ ਲੱਗ ਜਾ ਸਿੱਧਾ। ਇਹ ਹੁਣ 600 ਦਾ ਬਾਰਡਰ ਦਾ ਉਸ ਪਾਇਆ ਇਟਲੀ ਦਾ, ਠੀਕ ਹੈ। ਇਹ 800 ਤੇ 44 ਕਿਲੋਮੀਟਰ ਕਰਨਾ, ਯਾਨੀ ਲੋਡਿੰਗ ਅਸਾਂ ਕਰਨੀ ਹੈ ਜਨਾਬ ਆਪਣਾ 81 ਕਿਲੋਮੀਟਰ ਤੇ ਉਸ ਤੋਂ ਬਾਅਦ ਅਸਾਂ ਸਫ਼ਰ ਕਰਨਾ 800 ਤੇ 45 ਕਿਲੋਮੀਟਰ। ਉੱਥੇ ਜਾ ਕੇ ਅਸਾਂ T2 ਕਲੋਜ਼ ਕਰਨਾ। ਉਸ ਤੋਂ ਬਾਅਦ ਅਨਲੋਡਿੰਗ ਸਾਡੀ ਜਨਾਬ ਉਸ ਤੋਂ ਅੱਗੇ 257 ਕਿਲੋਮੀਟਰ। ਇੱਥੇ ਡੇਟ ਉਸ ਕੋ ਨਹੀਂ ਪਾਈ, ਮੋਸਟਲੀ ਇਹ ਡੇਟ ਪਾ ਛੱਡਦੇ ਨੇ, ਜਿਵੇਂ ਇਹ ਕਿ ਡੇਟ ਪਈ ਹੈ 24 ਤਰੀਕ 8 ਵਜੇ ਦੀ 8 ਵਜੇ। ਅੱਛਾ, ਇਹ ਕਿੱਸਾ ਤੇ ਕਹਾਣੀ ਹੈ ਸਰ। ਮੇਰੇ ਨਜ਼ਦੀਕ ਤੇ ਇਹ ਏਡੀਆਂ ਕੋਈ ਚੀਜ਼ਾਂ ਸਮਝਣੇ ਵਾਲੀਆਂ ਨਹੀਂ ਹਨ। ਹਾਂ, ਜਦੋਂ ਬੰਦਾ ਨਵਾਂ ਹੁੰਦਾ ਉਹਦੇ ਵਾਸਤੇ ਇਹ ਚੀਜ਼ਾਂ ਜ਼ਰੂਰ ਸਮਝਣੇ ਨੇ। ਫਿਰ ਇੱਥੇ ਆ ਕੇ ਤੁਸੀਂ ਚੈਟ ਦੇ ਵਿੱਚ ਆਪਣੇ ਮੈਨੇਜਰ ਨਾਲ ਚੈਟ ਵਗੈਰਾ ਕਰ ਸਕਦੇ ਹੋ, ਹੁਣ ਚੀਜ਼ਾਂ ਦੱਸ ਸਕਦੇ ਆ। ਥੱਲੇ ਜਿਤਨੇ ਵੀ ਡਨ ਤੋਂ ਥੱਲੇ ਟਾਸਕ ਨੇ ਸਾਰੇ ਖਤਮ ਹੋਏ ਨੇ ਟਾਸਕ, ਠੀਕ ਹੈ। ਇਹ ਹੁਣ ਵੇਖਦੇ ਉੱਤੇ ਇਹ ਟਾਸਕ ਚੱਲ ਰਿਹਾ, ਇਹ ਥੱਲੜਾ ਜਿਹੜਾ ਟਾਸਕ ਨੇ ਦੋ ਵੀ ਪੈਂਡਿੰਗ ਨੇ ਜੀ। ਅੱਛਾ, ਇੱਥੇ ਇੱਕ ਚੀਜ਼ ਮੈਂ ਤੁਹਾਨੂੰ ਦੱਸ ਛੜਾ ਕਿ ਇੱਥੇ ਅਕਸਰ ਤੁਹਾਨੂੰ ਲੋਡਿੰਗ ਤੇ ਅਨਲੋਡਿੰਗ ਜਿਹੜੀ ਹੈ ਨਾ ਉਹ ਤੁਸੀਂ ਖੁਦ ਕਰਨੀ ਹੁੰਦੀ ਹੈ। ਤੁਸੀਂ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਹੁੰਦਾ ਹੈ ਕਿ ਲੋਡਿੰਗ ਔਰ ਅਨਲੋਡਿੰਗ ਦੇ ਦੌਰਾਨ ਕੋਈ ਚੀਜ਼ ਜਿਹੜੀ ਹੈ ਨਾ ਉਹ ਡੈਮੇਜ ਨਾ ਹੋਵੇ। ਮੇਰੇ ਨਾਲ ਇਹ ਖਾਤਾ ਹੋਇਆ, ਅੱਗੇ ਚੱਲ ਕੇ ਮੈਂ ਦੱਸਾਂਗਾ ਕਿ ਉਹਦੇ ਵਿੱਚ ਜਿਹੜਾ ਨਾ ਉਹ ਮੇਰੇ ਤੇ ਕਿਤਨਾ ਉਹ ਡੈਬਿਟ ਪਾਉਂਦੇ ਨੇ, ਕੀ ਕੋਈ ਡਿਡਕਟ ਮਨੀ ਉਹ ਕਰਦੇ ਨੇ। ਮੈਂ ਫਿਰ ਇਹ ਵੀ ਤੁਹਾਡੇ ਨਾਲ ਡਿਸਕਸ ਕਰਸਾਂ, ਲੇਕਿਨ ਤੁਹਾਨੂੰ ਵੀ ਦੱਸਦਾ ਕਿ ਲੋਡਿੰਗ ਔਰ ਅਨਲੋਡਿੰਗ ਅਕਸਰ ਹੁੰਦੀ ਹੈ।
ਇੱਕ ਮਾਰਕੀਟ LD, ਇੱਕ ਲਿਡਲ, ਇਹਨਾਂ ਦੀਆਂ ਅਕਸਰ ਆਉਂਦੀਆਂ। ਉਂਝ ਵੀ ਤੁਸੀਂ ਇਹ ਆਪਣੇ ਜ਼ਿਹਨ 'ਚ ਰੱਖਣਾ ਕਿ ਲੋਡਿੰਗ ਅਨਲੋਡਿੰਗ ਤੁਹਾਨੂੰ ਖੁਦ ਵੀ ਕਰਨੀ ਪੈ ਸਕਦੀ ਹੈ, ਲੇਕਿਨ ਜ਼ਿਆਦਾ ਨਹੀਂ ਹੁੰਦੀਆਂ। ਸਮਝੋ ਵੀ ਅਗਰ 2 ਮਹੀਨੇ ਤੁਸੀਂ ਕੰਮ ਤੇ ਰਹੇ ਹੋ ਤੇ 2 ਮਹੀਨਿਆਂ ਤੋਂ ਵਿੱਚ ਤੁਹਾਡੇ ਕੋਲ ਹੋ ਸਕਦਾ 3 ਜਾਂ 4 ਜਾਂ 5 ਮੈਕਸਿਮਮ ਇਤਨੀਆਂ ਲੋਡਿੰਗ ਅਨਲੋਡਿੰਗ ਤੁਹਾਨੂੰ ਕਰਨੀਆਂ ਪੈ ਜਾਣ। ਅੱਛਾ, ਹੁਣ ਕਲਿਆਂ ਰਾਣੇ ਵਾਲੀ ਜਿਹੜੀ ਤਰਤੀਬ ਹੈ ਨਾ ਭਾਈ, ਇਹ ਜਿਹੜੇ ਬੰਦੇ ਉੱਥੇ ਸਫਰੀ ਪੇ ਚੱਲਦੇ ਨੇ ਉਹਨਾਂ ਵਾਸਤੇ ਤੇ ਕੋਈ ਇਹ ਮਸਲੇ ਵਾਲੀ ਗੱਲ ਨਹੀਂ। ਫਰਜ਼ ਕਰੋ ਜਿਹੜੇ ਦੁਬਈ ਜਾਂ ਮਸਕਤ ਤੋਂ ਭਰਾ ਸਾਊਦੀਆ ਚੱਲਦੇ ਨੇ, ਉਹ ਵੀ ਤੇ ਟਰੱਕਾਂ ਵਿੱਚ ਹੀ ਰਹਿੰਦੇ ਨੇ, ਮਹੀਨੇ ਬਾਅਦ ਪਿੱਛੇ ਜਾਂਦੇ ਨੇ, ਠੀਕ ਹੈ। ਜਾਂ ਕਈ ਜਿਨ੍ਹਾਂ ਦੇ ਵੀਜ਼ੇ ਜ਼ਿਆਦਾ ਨੇ, ਹੁਣ ਮੈਨੂੰ ਨਹੀਂ ਪਤਾ ਉੱਥੇ ਕੀ ਸੀਨ ਹੈ, ਲੇਕਿਨ ਮਹੀਨੇ ਦਾ ਤਾਂ ਮੈਨੂੰ ਪਤਾ ਹੈ ਉਹ ਇੱਥੇ ਰਹਿੰਦੇ। ਗੱਡੀਆਂ ਵਿੱਚ ਹੀ ਉਹਨਾਂ ਦੀ ਤਰਤੀਬ ਹੁੰਦੀ ਸਾਰੀ ਖਾਣ ਪਕਾਉਣ ਦੀ। ਸਾਡੇ ਕੋਲ ਮਸਲਾ ਇਹ ਹੁੰਦਾ ਕਿ ਸਾਡੇ ਕੋਲ ਕੈਬਨ ਜਿਹੜਾ ਨਾ ਉਹਦੇ ਵਿੱਚ ਹੀ ਅਸਾਂ ਖਾਣ ਪਕਾਉਣ ਕਰਨਾ ਹੁੰਦਾ। ਜਿਵੇਂ ਕਿ ਤੁਸੀਂ ਅੱਗੇ ਵੀਡੀਓ 'ਚ ਵੇਖਦੇ ਰਹਿੰਦੇ ਹੋ, ਇੱਕ ਫਰਿੱਜ ਛੋਟਾ ਜਿਹਾ, ਨਾਲ ਇੱਕ ਛੋਟਾ ਜਿਹਾ ਟੂਲ ਹੈ, ਉਹਦੇ ਵਿੱਚ ਹੀ ਆਪਣੀਆਂ ਚੀਜ਼ਾਂ ਰੱਖੀਆਂ ਹੁੰਦੀਆਂ। ਉੱਤੇ ਇੱਕ ਬੈੱਡ, ਇੱਕ ਥੱਲੇ ਬੈੱਡ। ਅਗਰ 2 ਬੰਦੇ ਹੋ ਜਾਣ ਫਿਰ ਇੱਕ ਉੱਤੇ ਚੜ ਜਾਂਦਾ, ਇੱਕ ਥੱਲੇ, ਤੇ ਬੰਦੇ ਦੀ ਆਦਤ ਬਣ ਜਾਂਦੀ ਹੈ। ਮੈਂ ਇੱਥੋਂ ਤੱਕ ਵੀ ਤੁਹਾਨੂੰ ਦੱਸਦਾ ਵੀ ਮੇਰੀ ਉਹ ਆਦਤ ਇੰਜ ਬਣ ਗਈ। ਮੈਂ ਪਿੱਛੇ ਪਾਕਿਸਤਾਨ ਜਦੋਂ ਗਿਆ ਨਾ, ਕਿਉਂਕਿ ਮੈਂ ਸਫਰੀ ਕੰਮ ਕੀਤਾ ਕੋਈ ਨਾ ਹੀ, ਤੇ ਮੈਂ ਇੱਕ ਹੀ ਸਾਈਡ ਉੱਤੇ ਮਤਲਬ ਉਹ ਗੱਦੇ ਦੀ ਇਤਨਾ ਜਿਹੜਾ ਹੈ ਗੱਦਾ ਹੈ, ਇਹਦੇ ਤੇ ਸੈਂਸ ਹੈ ਕਿ ਇਤਨਾ ਆਦੀ ਹੋ ਗਿਆ ਕਿ ਮੈਨੂੰ ਫਿਰ ਇੱਕ ਮਤਲਬ ਬੈੱਡ ਦੀ ਥੋੜੀ ਜੀ ਜਗ੍ਹਾ ਵੀ ਲੱਭ ਜਾਵੇ ਆ ਨਾ ਤੇ ਭਾਈਆ ਮੈਂ ਸਹਿ ਜਾਂਦਾ। ਸਮਝੋ ਬੰਦਾ ਯੂਜ਼ ਟੂ ਹੋ ਜਾਂਦਾ, ਉਹ ਆਦਤ ਬਣ ਜਾਂਦੀ ਹੈ। ਤੇ ਜਿਸ ਬੰਦੇ ਕੰਮ ਨਹੀਂ ਕੀਤਾ, ਟਰੱਕਿੰਗ ਬਿਲਕੁਲ ਜਿਸ ਨਹੀਂ ਕੀਤੀ, ਉਹਦੇ ਵਾਸਤੇ ਸ਼ੁਰੂ ਦੇ ਵਿੱਚ ਮਸਾਇਲ ਨੇ ਭਾਈ। ਜਿੱਥੇ ਵੀ ਤੁਸੀਂ ਜਾਂਦੇ ਹੋ ਉੱਥੇ ਜਾ ਕੇ ਚੀਜ਼ਾਂ ਤੁਹਾਡੇ ਵਾਸਤੇ ਮਸਲੇ ਬਣਦੇ ਨੇ। ਤੁਸੀਂ ਆਦੇ ਹੋ ਭਾਈਆ ਇਹ ਕੀ ਬਣ ਗਿਆ, ਲੇਕਿਨ ਟਰੱਕਿੰਗ ਇੱਕ ਪੈਸ਼ਨ ਹੈ। ਤੁਸੀਂ ਨਵੀਆਂ ਸੀਨਰੀਜ਼ ਵੇਖਦੇ ਹੋ, ਤੁਸੀਂ ਵੇਖਦੇ ਹੋ ਕਿ ਯਾਰ ਇੱਥੇ ਹਰ ਜਗ੍ਹਾ ਤੇ ਇੱਕ ਨਵਾਂ ਜਿਹੜਾ ਨਾ ਉਹ ਤੁਹਾਨੂੰ ਵੀ ਉਹ ਵੇਖਣੇ ਲੱਭਦਾ, ਠੀਕ ਹੈ। ਇੱਕ ਮਿੰਟ, ਇੱਕ ਮੈਸੇਜ। ਅੱਛਾ ਜੀ, ਅਗਰ ਇਹ ਤੁਸੀਂ ਸਾਰੀਆਂ ਚੀਜ਼ਾਂ ਵੇਖਣੀਆਂ ਤੇ ਫਿਰ ਭਾਈ ਤੁਹਾਨੂੰ ਜਿਹੜਾ ਨਾ ਉਹ ਟਰੱਕ ਡਰਾਈਵਰ ਬਣਨਾ ਪਊਗਾ। ਤੇ ਫਿਰ ਬੜੇ ਸਾਰੇ ਚੈਲੰਜਸ ਤੁਹਾਡੇ ਸਾਹਮਣੇ ਆਉਣੇ, ਜਿਨ੍ਹਾਂ ਵਿੱਚ ਸਭ ਤੋਂ ਵੱਡਾ ਜਿਹੜਾ ਚੈਲੰਜ ਹੈ ਨਾ ਉਹ ਇਹ ਕਿ ਤੁਹਾਨੂੰ ਕਲਿਆਂ ਰਹਿਣਾ ਪੈਣਾ। 24 ਘੰਟੇ 45 ਘੰਟੇ ਵੀ ਤੁਸੀਂ ਮਤਲਬ ਸਿਰਫ ਤੁਹਾਡੇ ਕੋਲ ਇੱਕ ਕੈਬਨ ਹੈ, ਉਹਦੇ ਵਿੱਚ ਹੀ ਰਹਿਣਾ। ਅੱਗੇ ਪਿੱਛੇ ਜਾ ਕੇ ਤੁਸੀਂ ਇੰਜੋਏ ਕਰਨੀਆਂ ਚੀਜ਼ਾਂ, ਤੇ ਉਹ ਤੁਹਾਡੀ ਆਪਣੀ ਤਮੰਨਾ ਹੈ। ਜਿਵੇਂ ਤੁਸੀਂ ਵੇਖਦੇ ਰਹਿੰਦੇ ਹੋ ਕਿਤਨੀ ਵਾਰੀ ਅੱਗੇ ਪਿੱਛੇ ਜਾਵੀਦਾ, ਫਿਰੀ ਟੁਰੀ ਦਾ, ਲੇਕਿਨ ਜਿਉਂ ਕਿ ਤੁਸੀਂ ਰੋਡ ਤੇ ਰਹਿਣਾ ਤੇ ਫਿਰ ਇਹ ਸਾਰੇ ਖਾਤੇ ਤੁਸੀਂ ਲੈ ਕੇ ਚੱਲਣੇ। ਅੱਛਾ, ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਕਿ ਸਾਡੀ ਕੰਪਨੀ ਦਾ ਹੁਣ ਕੀ ਰੂਲ ਰੈਗੂਲੇਸ਼ਨ, ਔਰ ਇੱਕ ਬੰਦਾ ਉਹ ਕਿਤਨਾ ਚਿਰ ਇੱਥੇ ਕੰਮ ਕਰ ਸਕਦਾ ਹੈ। ਮੁਖਤਲਿਫ ਕੰਪਨੀਆਂ ਦੇ ਮੁਖਤਲਿਫ ਰੂਲ ਨੇ। ਜਿਹੜੀ ਸਾਡੀ ਕੰਪਨੀ ਹੁਣ ਸਿਰਫ 2 ਮਹੀਨੇ ਵਾਸਤੇ ਯਾਨੀ 8 ਹਫ਼ਤਿਆਂ ਵਾਸਤੇ ਸਾਨੂੰ ਕੰਪਨੀ ਜਿਹੜੀ ਹੈ ਨਾ ਉਹ ਕੰਮ ਤੇ ਗਲਦੀ ਹੈ। 8 ਹਫ਼ਤਿਆਂ ਤੋਂ ਬਾਅਦ ਉਹ ਸਾਨੂੰ ਵਾਪਸ ਬੁਲਾ ਲੈਂਦੀ ਹੈ। ਫਿਰ ਹਫ਼ਤਾ ਇੱਕ ਵਿੱਚ ਛੁੱਟੀ ਹੁੰਦੀ। ਜਿਹੜਾ ਸਾਡਾ ਟੈਕੋ ਕਾਰਡ ਹੈ ਨਾ, ਉਸ ਕਾਰਡ ਨੂੰ ਸਮਝੋ ਰੈਸਟ ਦਿਵਾਉਂਦੇ ਨੂੰ ਆਦੇ ਨੇ, ਅਸਾਂ ਤੁਹਾਨੂੰ ਵੀ ਰੈਸਟ ਦਿੱਤੀ। ਤੇ ਉਸ ਰੈਸਟ ਦਾ ਅਸਲ ਦੇ ਵਿੱਚ ਸਾਨੂੰ ਫਾਇਦਾ ਤਾਂ ਕੋਈ ਨਹੀਂ ਹੁੰਦਾ, ਸਾਨੂੰ ਮਜ਼ੀਦ ਖੇਚਲ ਹੀ ਹੁੰਦੀ। ਅਸੀਂ ਇਸ ਗੱਡੀ ਸਕੂਨ ਨਾਲ ਰਹਿ ਲੈਂਦੇ ਹਾਂ। ਉਹ ਲਿਥਵਾਨੀਆ ਇਤਨੇ ਕਿਲੋਮੀਟਰ ਕਰਕੇ ਸਫ਼ਰ ਜਾਣਾ ਤੇ ਆਉਣਾ, ਉਹ ਬੰਦਾ ਰਹਿੰਦਾ ਹੀ ਸਫ਼ਰ ਵਿੱਚ। ਤੇ ਮੁਖਤਲਿਫ ਕੰਪਨੀਆਂ ਹੋਰ ਜਿਹੜੀਆਂ ਉਹਨਾਂ ਦਾ ਕੀ ਸੀਨ ਹੈ ਕਿ ਕੋਈ 6 ਮਹੀਨੇ ਵੀ ਨਹੀਂ ਬੁਲਾਉਂਦੀਆਂ। ਗੱਲ ਉੱਥੇ ਹੀ ਹੈ ਭਾਈਆ, ਜਿਸ ਵੇਲੇ ਨਾ ਕੋਈ ਬੰਦੇ ਰਾਜ ਹੁੰਦੇ ਨਾ, ਉਸ ਵੇਲੇ ਤੇ ਸਰਕੂਲੇਸ਼ਨ ਕਰਦੇ ਰਹਿੰਦੇ ਨੇ ਇੱਕ ਚੱਕਰ ਦੇ ਵਿੱਚ, ਬਈ ਇਦੋਂ ਇਕਿਨ ਕਾਰਡ ਕੇ ਇੱਦੇ ਪਾ ਛੜਿਆ, ਇਦੋਂ ਇਕਿਨ ਕਾਰਡ ਕੇ ਇੱਦੇ, ਯਾਨੀ ਆਲੂ ਜਿਸ ਟਾਈਮ ਰਾਜ ਹੋ ਜਾਣ ਉਸ ਟਾਈਮ ਇਹ ਕੰਪਨੀਆਂ ਦੇ ਰੂਲ ਬਣ ਜਾਂਦੇ ਨੇ। ਅਦਰਵਾਈਜ਼ ਕੰਪਨੀਆਂ 6 ਮਹੀਨੇ ਵੀ ਬੰਦੇ ਨੂੰ ਵਾਪਸ ਕੋਈ ਨਹੀਂ ਬੁਲਾਉਂਦੀਆਂ ਜਿਹੜੇ ਕਿ ਬੰਦੇ ਕੰਮ ਕਰਦੇ ਨੇ। ਲੇਕਿਨ ਮੇਰਾ ਇੱਕ ਆਪਣਾ ਓਪੀਨੀਅਨ ਹੈ, ਮੈਨੇ ਲੱਗਦਾ ਹੈ ਕਿ ਮੈਕਸਿਮਮ 3 ਜਾਂ 4 ਮਹੀਨੇ ਬੰਦਾ ਗੱਡੀ ਤੇ ਰਵੇ, ਉਸ ਤੋਂ ਬਾਅਦ ਟੁਰ ਜਾਏ, ਥੋੜੀ ਰੈਸਟ ਕਰੇ, ਫਿਰ ਆ ਜਾਵੇ। ਜਾਂ ਅਗਰ ਬੰਦੇ ਦੇ ਵਸਾਇਲ ਹੋਣ ਤੇ ਉਹ ਫਿਰ ਵਾਪਸ ਪਾਕਿਸਤਾਨ ਚਲਾ ਜਾਏ, ਪਾਕਿਸਤਾਨ ਛੁੱਟੀ ਕੱਟ ਕੇ ਮਹੀਨਾ ਡੇਢ ਫਿਰ ਵਾਪਸ ਆ ਜਾਏ, ਠੀਕ ਹੈ। ਹੁਣ ਸ਼ਾਪਿੰਗ ਵੀ ਜਿਹੜੀ ਹੈ ਉਹ ਅਸੀਂ ਇੰਜ ਹੀ ਕਰਦੇ ਹਾਂ ਬਈ ਜਿਉਂ ਗੱਡੀ ਲੋਡ ਕਰਨ ਆਏ ਆ, ਨਾਲ ਹੀ ਖਲੋ ਕੇ ਵੇਖ ਲੈਣਾ ਅੱਗੇ ਪਿੱਛੇ ਦਾएं ਬਾएं ਕਿੱਥੇ ਕੋਈ ਆਪਣਾ ਆਇਆ ਮਾਰਕੀਟ, ਗੱਡੀ ਖਿਲਾਰੀ, ਉੱਥੋਂ ਸ਼ਾਪਿੰਗ ਕੀਤੀ ਭਾਈ, ਆ ਵੇਚ ਧਰੀ ਸਮਾਨ ਆਪਣਾ ਤੇ ਫਿਰ ਪਾਟ ਰੱਖੀ। ਤੇ ਬਾਕੀ ਜਿਹੜਾ ਮੇਰਾ ਮਤਲਬ ਮੈਂ ਜਿਹੜੀ ਚੀਜ਼ ਸੋਚਦਾ ਅਲਹਮਦੁਲਿਲਾ ਉਹਦੇ ਤੇ ਮੈਂ ਕੰਮ ਕਰ ਰਿਹਾ ਕਿ ਨਮਾਜ਼ ਜਿਹੜੀ ਹੈ ਨਾ ਉਹ ਬੰਦਾ ਇੱਥੇ ਕਿਵੇਂ ਪੜ ਸਕਦਾ, ਕਿਵੇਂ ਬੰਦਾ ਪਾਕ ਰਹਿ ਸਕਦਾ। ਬਾਈ ਜੀ ਮੇਰਾ ਈਮਾਨ ਹੈ ਅਲਹਮਦੁਲਿਲਾ ਸੁੰਮਾ ਅਲਹਮਦੁਲਿਲਾ। ਮੈਂ ਆਣਾ ਕਿ ਜਿਸ ਟਾਈਮ ਤੁਹਾਡਾ ਦਿਮਾਗ ਔਰ ਤੁਸੀਂ ਦਿਲੋਂ ਜਿਹੜਾ ਨਾ ਸ਼ਾਂਤ ਹੋ ਨਾ, ਤੁਸੀਂ ਮੁਤਮੈਨ ਹੋ, ਸਭ ਕੁਝ ਹੋ ਸਕਦਾ ਹੈ। ਬੜੇ ਸਾਰੇ ਭਰਾ ਇੱਥੇ ਆਦੇ ਨੇ ਬਸ ਪਾਕ ਨਾ ਰਹਿ ਸਕਦੇ। ਬਾਈ ਜੀ ਪਾਕ ਤੁਸੀਂ ਆਪ ਰਹਿਣਾ, ਤੁਹਾਡੀ ਆਪਣੀ ਹਿੰਮਤ ਦੀ ਗੱਲ ਹੋਣੀ ਹੈ।
ਜਿੱਥੇ ਤੁਸੀਂ ਖਲੋ ਕੇ ਮੂਤਰ ਮਾਤਰ ਕਰਨਾ ਹੈ, ਉੱਥੇ ਭਈਆ ਤੁਸੀਂ ਬਹਿ ਕੇ ਸਕੂਨ ਨਾਲ ਬੜਾ ਸੋਹਣਾ ਬੜਾ ਮਤਲਬ ਬਾਹਰ ਹੀ ਖੁੱਲੇ ਦੇ ਵਿੱਚ। ਅੱਗੇ ਬਜ਼ੁਰਗ ਡਿਮਾ ਸ਼ਿਮਾ ਲੈ ਲੈਂਦੇ ਹਨ, ਛੋਟੇ ਦੀ ਗੱਲ ਕਰ ਰਹੇ ਹਾਂ। ਤੁਸੀਂ ਇੱਕ ਬੋਤਲ ਲੈ ਕੇ ਆਪਣਾ ਜਿਹੜਾ ਨਾ ਉਹ ਮਤਲਬ ਨਾਪਾਕੀ ਦੂਰ ਕਰ ਸਕਦੇ ਹੋ, ਠੀਕ ਹੈ। ਅਗਰ ਤੁਹਾਨੂੰ ਕੋ ਬਾਥਰੂਮ ਲੱਭ ਗਿਆ ਤਾਂ ਵੀ ਬੈਗ ਹੈ ਤੁਹਾਡੇ ਕੋਲ ਸ਼ੋਲਡਰ, ਉਹਦੇ ਵਿੱਚ ਤੁਸੀਂ ਆਪਣੀ ਬੋਤਲ ਪਾਓ ਤੇ ਜਾਓ ਆਪਣਾ ਇਸਤੇਮਾਲ ਕਰੋ। ਇਹ ਵੀ ਉਹ ਚੈਲੰਜਸ ਦੇ ਵਿੱਚ ਹੀ ਜਿਵੇਂ ਅੱਗੇ ਸ਼ੁਰੂ ਵਿੱਚ ਮੈਂ ਤੁਹਾਨੂੰ ਦੱਸਿਆ, ਠੀਕ ਹੈ। ਆਪਣਾ ਨਾਪਾਕੀ ਦੂਰ ਕਰੋ ਤੇ ਨਮਾਜ਼ ਜਿਹੜੀ ਹੈ ਉਹ ਸਫ਼ਰ ਦੇ ਵਿੱਚ ਤੁਹਾਡੀ ਕਸਰ ਹੈ। ਹਾਂ, ਅਗਰ 4 ਦਿਨ ਮੁਸਤਕਿਲ ਤੁਹਾਨੂੰ ਪਤਾ ਹੈ ਕਿ ਤੁਸੀਂ ਇਟਲੀ ਦੇ ਵਿੱਚ ਹੀ ਖਲੋਣਾ ਜਾਂ ਫਰਾਂਸ ਦੇ ਵਿੱਚ ਹੀ ਖਲੋਣਾ ਜਾਂ ਜਰਮਨੀ ਦੇ ਵਿੱਚ ਹੀ 4 ਦਿਨ ਤੁਹਾਨੂੰ ਪੱਕ ਹੋ ਗਿਆ ਬਾਈ ਇੱਥੇ ਹੀ ਖਲੋਣਾ, ਫਿਰ ਤੁਹਾਡੀ ਕਸਰ ਕੋ ਨਹੀਂ, ਫਿਰ ਤੁਸੀਂ ਪੂਰੀ ਨਮਾਜ਼ ਪੜ੍ਹਨੀ ਹੈ। ਫਰਜ਼ ਹੀ ਪੜੋ ਭਾਈ, ਪੜੋ ਸਹੀ, ਰੱਬ ਨੂੰ ਸਜਦਾ ਦਿਓ। ਜਿਹੜਾ ਰੱਬ ਇਤਨੀਆਂ ਨੇਮਤਾਂ ਤੁਹਾਨੂੰ ਦੇ ਰਿਹਾ, ਜਿਵੇਂ ਕਿ ਮੈਂ ਆਣਾ ਕਿ ਤੁਸੀਂ ਆਪਣੇ ਆਸ-ਪਾਸ ਕਿਉਂ ਨਾ ਹੋਵੇ ਤੇ ਕੋਸ਼ਿਸ਼ ਕਰਨੀ ਹੈ ਤੁਸੀਂ ਵੀ ਇਨਸ਼ਾਅੱਲਾ ਆ ਕੇ ਤੁਸੀਂ ਇੱਥੇ ਨਮਾਜ਼ ਵੀ ਆਪਣੀ ਪੜ੍ਹਨੀ ਹੈ। ਆਪਣਿਆਂ ਬੱਚਿਆਂ ਦਾ ਰਿਜ਼ਕ ਵੀ ਤੁਹਾਡਾ ਇੱਥੇ ਲੱਗਣਾ ਹੈ। ਤੇ ਢੇਰ ਸਾਰੇ ਜਿਹੜਾ ਨਾ ਉਹ ਬੰਦਿਆਂ ਦੇ ਸਵਾਲ ਆਣ, ਮੈਨੂੰ ਬੜੀ ਉਮੀਦ ਹੈ ਕਿ ਮੈਂ ਕੁਝ ਜਿਹੜੇ ਨਾ ਉਹ ਨੇੜੇ ਤੇੜੇ ਕੀਤੇ ਹੋਸਨ ਦੇ ਤੁਸੀਂ ਕਮੈਂਟ ਕੀਤਾ ਕਰੋ ਭਾਈਆ। ਉਹਨਾਂ ਕਮੈਂਟਾਂ ਵਿੱਚੋਂ ਹੀ ਮੈਨੂੰ ਜਿਹੜਾ ਨਾ ਉਹ ਪਤਾ ਲੱਗ ਜਾਂਦਾ ਕਿ ਯਾਰ ਅਗਲੀ ਵੀਡੀਓ ਬੰਦੇ ਕਿਵੇਂ ਦੀ ਚਾਹੁੰਦੇ ਨੇ, ਤੇ ਅਸੀਂ ਇੰਜੇ ਜੁੜੇ ਰਾਸਾਂ ਦੇ ਇੰਜੇ ਫੈਮਿਲੀ ਬਣੀ ਰਾਸੀ ਦੀ। ਤੇ ਬਸ ਇੱਥੇ ਖਲੋਤੇ ਆ ਕੰਪਨੀ ਦੇ ਵਿੱਚ ਤੇ ਅਗਲੀ ਤਰਤੀਬ ਬਣ ਸੀ ਦੀ, ਤੇ ਇਨਸ਼ਾਅੱਲਾ ਉਸ ਤੋਂ ਬਾਅਦ ਗੱਲਾਂ ਤੁਹਾਡੇ ਨਾਲ ਹੋਸਨ ਦੀਆਂ। ਮੈਂ ਹੋ ਸਕਦਾ ਇਸ ਵੀਕ ਵਾਪਸ ਟੁਰ ਜਾਵਾਂ, ਮੇਰੇ ਦਿਹਾੜੇ ਪੂਰੇ ਹੋ ਗਏ ਤੇ ਇਨਸ਼ਾਅੱਲਾ ਫਿਰ ਗੱਲਾਂ ਹੋਸਨ ਦੀਆਂ। ਤੇ ਆਪਣਾ ਤੇ ਆਪਣੇ ਪੈਰਾਂ ਦਾ ਤੁਸੀਂ ਢੇਰ ਸਾਰਾ ਖਿਆਲ ਰੱਖਣਾ। ਤੇ ਚੈਨਲ ਨਾਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਲਓ। ਤੇ ਭਾਈ ਆਸੀ से ਤੁਹਾਨੂੰ ਵੈਲਕਮ ਕਰਦੇ ਆ ਯੂਰਪ ਵਾਸਤੇ। ਅੱਲਾ ਸੋਨੇ ਦੇ ਵਾਲੇ, ਫੀਮਾਨ ਅੱਲਾ।